ਜਸਬੀਰ ਭੁੱਲਰ ਦਾ ਨਾਵਲ ਪਿਛਲਾ ਬੂਹਾ। ਇਹ ਨਾਵਲ ਸਮਰਪਿਤ ਹੈ ਉਸ ਘਰ ਦੇ ਨਾਂ ਜਿਹਦੇ ਕੋਲ ਹੱਸਦੀ ਖੇਡਦੀ ਹੋਈ ਨਦੀ ਵਗਦੀ ਹੈ। ਆਬਸ਼ਾਰ ਡਿੱਗਦੀ ਹੈ ਉੱਚੇ ਪਹਾੜ ਤੋਂ, ਖਿੜੇ ਹੋਏ ਨੇ ਤੋਤਲੇ ਬੋਲਾਂ ਦੇ ਫੁੱਲ, ਪਰਿੰਦੇ ਚਹਿਕਦੇ ਨੇ ਹਰੇਕ ਚੂਰ ਰੁੱਖਾਂ ਉੱਤੇ। ਮੁਹੱਬਤ ਜਿਉਣ ਦਾ ਸਬੱਬ ਦਿੰਦੀ ਹੈ। ਪਹਿਲਾ ਅੰਗ। ਮਾਂ ਅਲਾਣੇ ਮੰਜੇ 'ਤੇ ਬੈਠੀ ਸਬਜ਼ੀ ਚੀਰ ਰਹੀ ਸੀ। ਕੰਮ ਮੁਕਾ ਕੇ ਉਹਨੇ ਥਾਲੀ ਚੁੱਕੀ, ਗੋਡਿਆਂ 'ਤੇ ਹੱਥ ਰੱਖ ਕੇ ਉੱਠਦਿਆਂ ਕਸੀਸ ਵੱਟੀ। ਉੱਠ ਹੋਏ ਮਨਾ ਬਗਾਨਿਆਂ ਧਨਾ, ਬਗਾਨੇ ਪੁੱਤ ਉੱਤੇ ਕੀ ਰੋਸਾ, ਜਿਹਨੇ ਕੱਢ ਮਾਰਿਆ ਠਾਹ ਸੋਟਾ। ਨਾ ਕਿਸੇ ਨੇ ਕੁਝ ਕਿਹਾ, ਨਾ ਧੌਲ ਧੱਫਾਈ ਹੋਇਆ, ਪਰ ਹਰ ਵਾਰ ਉੱਠਣ ਵੇਲੇ ਮਾਂ ਦਾ ਪਤੀ ਨੂੰ ਕੋਸਣਾ ਤਕੀਆ ਕਲਾਮ ਵਾਂਗੂ ਸੀ। ਸ਼ਾਇਰਾ ਕਾਲਜ ਜਾ ਰਹੀ ਸੀ। ਉਹ ਜਾਂਦੀ ਜਾਂਦੀ ਰੁਕ ਗਈ। ਧੌਣ ਮੋੜ ਕੇ ਉਸ ਮਿੱਠਾ ਜਿਹਾ ਟੋਕਿਆ, ਮਾਂ ਤੁਸੀਂ ਵੀ ਨਾ। ਪਰ ਧੀ ਦੇ ਕਾਲਜ ਜਾਣ ਪਿੱਛੋਂ ਬੜਾ ਕੁਝ ਹੋਇਆ ਸੀ। ਸ਼ਾਇਰਾ ਕਾਲਜ ਤੋਂ ਵਾਪਸ ਆਈ ਤਾਂ ਮਾਂ ਉਸੇ ਅਲਾਣੇ ਮੰਜੇ 'ਤੇ ਨਿਢਾਲ ਜਿਹੀ ਪਈ ਸੀ। ਉਹਨੇ ਹਾਕ ਮਾਰ ਕੇ ਕਿਹਾ, ਰਾਣੀ ਧੀਏ, ਸਰੋਂ ਦਾ ਤੇਲ ਤੇ ਹਲਦੀ ਘੋਂ ਕਰਕੇ ਮੇਰੀ ਪਿੱਠ 'ਤੇ ਲਾ ਦਈਂ। ਘੋਂ ਕੀਤੇ ਲੇਪ ਲਾਉਣ ਵੇਲੇ ਸ਼ਾਇਰਾ ਨੇ ਵੇਖਿਆ ਮਾਂ ਦੇ ਪਿੰਡੇ ਉੱਤੇ ਲਾਸਾਂ ਪਈਆਂ ਸਨ। ਕਈ ਥਾਂ ਪਿੰਡਾ ਪੱਛਿਆ ਹੋਇਆ ਸੀ। ਮਾਂ ਨੇ ਹੌਕਾ ਭਰਿਆ ਸੀ। ਉਹਦੇ ਕੋਲੋਂ ਕੁੱਟ ਹੋਊ ਪਰੇ ਨਹੀਂ ਸੀ ਹੋਈ। ਮਾਂ ਦੇ ਨਿੱਕੇ ਜਿਹੇ ਹੌਕੇ ਨੇ ਲੰਮੀ ਕਹਾਣੀ ਬਿਆਨ ਕਰਤੀ। ਉਸ ਘਰ ਦਾ ਇੱਕ ਪਿਛਲਾ ਬੂਹਾ ਵੀ ਸੀ। ਉਹ ਬੂਹਾ ਬੰਦ ਰਹਿੰਦਾ ਸੀ, ਪਰ ਕਦੀ ਕਦਾਈਂ ਖੁੱਲ੍ਹਦਾ ਵੀ ਸੀ। ਉਸ ਬੂਹੇ ਨੂੰ ਸਿਰਫ ਤੇ ਸਿਰਫ ਗੁਰਦਿਆਲ ਸਿੰਘ ਖੋਲ੍ਹਦਾ ਸੀ। ਉਸ ਬੂਹੇ ਰਾਹੀਂ ਇੱਕ ਦੂਸਰੀ ਔਰਤ ਅੰਦਰ ਆਉਂਦੀ ਸੀ। ਮਾਂ ਕੁਝ ਬੋਲਦੀ ਨਹੀਂ ਸੀ। ਉਹ ਕੁਝ ਇਸ ਤਰ੍ਹਾਂ ਦਾ ਦਿਖਾਵਾ ਕਰਦੀ ਸੀ ਜਿਵੇਂ ਪੰਜਾਂ ਤੱਤਾਂ ਦੀ ਬਣੀ ਹੋਈ ਉੱਪਰੀ ਔਰਤ ਉਹਨੂੰ ਦਿਸੀ ਨਹੀਂ ਸੀ। ਕਈ ਵਾਰ ਤਾਂ ਉਹ ਜਾਣ ਬੁੱਝ ਕੇ ਵੀ ਆਸੇ-ਪਾਸੇ ਹੋ ਜਾਂਦੀ ਸੀ। ਅੱਜ ਸ਼ਾਇਦ ਮਾਂ ਰਾਹ 'ਚ ਆ ਗਈ ਹੋਵੇ। ਸ਼ਾਇਰਾ ਨੇ ਵੀ ਤਾਂ ਇੱਕ ਦਿਨ ਉਹ ਪਿਛਲਾ ਬੂਹਾ ਖੁੱਲ੍ਹਦਾ ਹੋਇਆ ਵੇਖ ਲਿਆ ਸੀ। ਦੋ ਜਣਿਆਂ ਦੇ ਰਿਸ਼ਤੇ ਦੀ ਤਰੇੜ ਵਿੱਚ ਇੱਕੋ ਤੀਸਰੀ ਬੈਠੀ ਹੋਈ ਸੀ। ਉੱਲਰੇ ਹੋਏ ਠਾਹ ਸੋਟੇ ਨੂੰ ਰੋਕਣ ਵਾਲੇ ਹੱਥ ਵੀ ਤਾਂ ਹੋਣ। ਮਾਂ ਕੋਲ ਉਹ ਹੱਥ ਨਹੀਂ ਸਨ। ਮਾਂ ਕੋਲ ਕਵਿਤਾ ਸੀ। ਉਸ ਕਵਿਤਾ ਨੂੰ ਚਾਹੀਦਾ ਸੀ ਹਥਿਆਰ ਹੋ ਜਾਂਦੀ ਜਾਂ ਫਿਰ ਕਿਲਾ। ਕਿਧਰੇ ਤਾਂ ਲੜਾਈ ਦੀ ਸੋ ਮਿਲਦੀ। ਉਹ ਕਵਿਤਾ ਸਹਿਮੀ ਡਰੀ ਤਾਂ ਉਮਰ ਮਾਂ ਦੇ ਅੰਦਰ ਹੀ ਬੈਠੀ ਰਹੀ ਸੀ। ਪਿੰਡੇ ਦੀ ਪੀੜ ਕੁਝ ਘੱਟ ਹੋਈ ਤਾਂ ਮਾਂ ਨੇ ਦੱਸਿਆ ਸੀ, ਤੇਰਾ ਪਿਓ ਹਮੇਸ਼ਾ ਤੋਂ ਇਸ ਤਰ੍ਹਾਂ ਨਹੀਂ ਸੀ। ਜਦੋਂ ਮੇਰੀ ਡੋਲੀ ਆਈ ਉਹਨੇ ਚਾਅ ਵੀ ਕੀਤਾ ਸੀ। ਉਹ ਡਰੀ ਹੋਈ ਕਵਿਤਾ ਕਾਗਜ਼ਾਂ ਉੱਤੇ ਨਹੀਂ ਸੀ ਉਤਰੀ, ਧੀ ਦੇ ਲਹੂ 'ਚ ਰਲ ਗਈ ਸੀ। ਹੁਣ ਤਾਂ ਸ਼ਾਇਰਾ ਦੀ ਉਮਰ ਨੂੰ ਬੂਰ ਪਿਆ ਹੋਇਆ ਸੀ। ਮਾਂ ਨੇ ਨਿੱਕੀ ਜਿਹੀ ਗੱਲ ਕੀਤੀ ਤਾਂ ਬੂਰ ਕਾਗਜ਼ਾਂ ਉੱਤੇ ਚੜ੍ਹਿਆ। ਉਹ ਬੂਰ ਕਾਗਜ਼ਾਂ ਉੱਤੇ ਧੜਕਦੇ ਹੋਏ ਹਰਫ ਹੋ ਗਿਆ। ਸੋਕੇ ਦੇ ਮਾਰੇ ਵੀਰਾਨ ਬਾਗ ਦੇ ਵਿੱਚ ਹਰੀ ਭਰੀ ਮੁਹੱਬਤ ਅਗਲੇ ਬੂਹਿਓਂ ਜੇ ਅੰਦਰ ਲੰਘ ਵੀ ਆਉਂਦੀ ਹੈ ਤਾਂ ਪਿਛਲਾ ਬੂਹਾ ਖੋਲ੍ਹ ਦਿੰਦੀ ਹੈ। ਕੰਧਾਂ ਤਿੜਕ ਜਾਂਦੀਆਂ ਨੇ ਉਦੋਂ। ਉੱਚੜੇ ਖਲੇਪੜ ਖਿੜਖਿੜਾ ਕੇ ਹੱਸਦੇ ਨੇ, ਓਲੇ ਉਚਾਰਦੇ ਨੇ ਮੁਹੱਬਤ ਲਈ ਸਬੂਤੀ ਅਲਵਿਦਾ। ਨਜ਼ਮ ਦੇ ਉਸ ਵੇਲੇ ਤੋਂ ਪਿੱਛੋਂ ਸ਼ਾਇਰਾ ਸੱਚੀ ਮੁੱਚੀ ਦੀ ਸ਼ਾਇਰਾ ਹੋ ਗਈ। ਮਾਂ ਦੀ ਅੰਦਰਲੀ ਕਵਿਤਾ ਨੇ ਜ਼ਿੰਦਗੀ ਵਿੱਚ ਇੱਕੋ ਵਾਰ ਸਿਰ ਚੁੱਕਿਆ ਸੀ ਤੇ ਬਸ ਇੰਨਾ ਕੁ ਚੁੱਕਿਆ ਸੀ ਕਿ ਧੀ ਦਾ ਨਾਂ ਸ਼ਾਇਰਾ ਧਰ ਦਿੱਤਾ। ਘਰ 'ਚ ਧੀ ਦੇ ਜਨਮ ਦੀ ਖੁਸ਼ੀ ਦਾ ਪਾਠ ਸੀ। ਮਾਂ ਨੇ ਧੀ ਦਾ ਮਿੱਥਿਆ ਹੋਇਆ ਨਾਮ ਸ਼ਾਇਰਾ ਕਾਗਜ਼ ਉੱਤੇ ਲਿਖ ਕੇ ਪਰਚੀ ਭਾਈ ਨੂੰ ਫੜਾ ਦਿੱਤੀ। ਉਸ ਵੇਲੇ ਤੱਕ ਗੁਰਦਿਆਲ ਸਿੰਘ ਬੇਖਬਰ ਸੀ। ਪਾਠ ਦਾ ਭੋਗ ਪਿਆ, ਅਰਦਾਸ ਹੋਈ, ਧੀ ਦਾ ਨਾਮ ਸ਼ਾਇਰਾ ਪੱਕਾ ਹੋ ਗਿਆ। ਜੁੜੀ ਹੋਈ ਸੰਗਤ ਨੇ ਜੈਕਾਰਾ ਗਜਾਇਆ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਰੱਖਿਆ ਗਿਆ ਨਾਮ ਬਦਲਿਆ ਨਹੀਂ ਸੀ ਜਾ ਸਕਦਾ। ਗੁਰਦਿਆਲ ਸਿੰਘ ਦੇ ਹੌਂ ਨੂੰ ਡਾਢੀ ਸੱਟ ਲੱਗੀ ਸੀ, ਪਰ ਉਸ ਵੇਲੇ ਉਹ ਭਰਿਆ ਪੀਤਾ ਬੈਠਾ ਰਿਹਾ। ਮਾਂ ਦੇ ਆਪ ਖੁਦਰੇਪਨ ਨੇ ਬਾਅਦ 'ਚ ਜਿਹੜਾ ਸਬਕ ਗੁਰਦਿਆਲ ਸਿੰਘ ਤੋਂ ਸਿੱਖਿਆ, ਉਹਦੇ ਸੇਕ ਨਾਲ ਉਮਰ ਭਰ ਸੜਦੀ ਰਹੀ। ਸ਼ਾਇਰਾ ਮਾਂ ਉੱਤੇ ਹੁੰਦੇ ਪਿਓ ਦੇ ਅਤਿਆਚਾਰਾਂ ਨੂੰ ਨਿੱਕੇ ਹੁੰਦਿਆਂ ਤੋਂ ਹੀ ਵੇਖ ਰਹੀ ਸੀ। ਉਸ ਮਿੱਥ ਲਿਆ, ਠਾਹ ਸੋਟੇ ਦੀ ਮਾਰ ਨੂੰ ਰੋਕਣ ਵਾਲੇ ਹੱਥ ਜੇ ਮਾਂ ਕੋਲ ਨਹੀਂ ਸਨ ਤਾਂ ਉਸ ਕੋਲ ਜ਼ਰੂਰ ਹੋਣਗੇ। ਕਾਲਜ ਦੀ ਪੜ੍ਹਾਈ ਮੁੱਕੀ ਤਾਂ ਆਪਣੇ ਪੈਰਾਂ 'ਤੇ ਖਲੋਣ ਲਈ ਸ਼ਾਇਰਾ ਦੀ ਭੱਜ ਨੱਸ ਸ਼ੁਰੂ ਹੋ ਗਈ। ਬੈਂਕ ਆਫ ਪੰਜਾਬ ਦੇ ਪ੍ਰੋਬੇਸ਼ਨਰੀ ਅਫਸਰ ਲਈ ਹੋਏ ਮੁਕਾਬਲੇ ਦੇ ਇਮਤਿਹਾਨ 'ਚ ਉਹ ਚੁਣ ਲਈ ਗਈ। ਧੀ ਦੀ ਉਮਰ ਘਰ ਵਸਾਉਣ ਵੇਲੇ ਤੱਕ ਪਹੁੰਚੀ ਹੋਈ ਸੀ। ਗੁਰਦਿਆਲ ਸਿੰਘ ਚਾਹੁੰਦਾ ਸੀ ਕਿ ਸ਼ਾਇਰਾ ਦਾ ਵਿਆਹ ਛੇਤੀ ਹੋ ਜਾਏ। ਮਾਂ ਦੇ ਘਰ ਵਰਗਾ ਘਰ ਸ਼ਾਇਰਾ ਨੂੰ ਨਹੀਂ ਸੀ ਚਾਹੀਦਾ। ਪਿਓ ਦੀ ਇੱਛਾ ਦੇ ਵਿਰੁੱਧ ਉਹ ਨੌਕਰੀ 'ਤੇ ਜਾਣ ਲੱਗ।
ਮਾਂ ਉਦੋਂ ਤੱਕ ਨਹੀਂ ਸੀ। ਪਹਿਲੋਂ ਉਹ ਜ਼ਿੰਦਗੀ ਹੱਥੋਂ ਹਾਰੀ ਸੀ ਤੇ ਫਿਰ ਬਿਮਾਰੀਆਂ ਸਾਹਵੇਂ ਵੀ ਹਾਰ ਗਈ ਸੀ। ਸ਼ਾਇਰਾ ਨੇ ਪਹਿਲੋਂ ਆਪਣੇ ਹੱਥਾਂ ਵੱਲ ਵੇਖਿਆ, ਫਿਰ ਦੋਵੇਂ ਹੱਥ ਅਸਮਾਨ ਉੱਤੇ ਫੈਲਾ ਦਿੱਤੇ। ਵੇਖ ਮਾਂ, ਆਪਣੀ ਧੀ ਦੇ ਹੱਥਾਂ ਵੱਲ ਵੇਖ। ਇਹ ਹੱਥ ਤੇਰੀ ਧੀ ਦੇ ਪਿੰਡੇ ਉੱਤੇ ਝਰੀਟਾਂ ਨਹੀਂ ਪੈਣ ਦੇਣਗੇ। ਮਾਂ ਦੇ ਹੁੰਦਿਆਂ ਘਰ ਦਾ ਜਿਹੜਾ ਬੂਹਾ ਸ਼ਹਿ ਕੇ ਕਦੀ ਕਦਾਈ ਖੁੱਲ੍ਹਦਾ ਸੀ, ਉਹ ਪਿਛਲਾ ਸੀ। ਸ਼ਾਇਰਾ ਦਾ ਨੌਕਰੀ ਉੱਤੇ ਜਾਣਾ, ਦਿਨ ਭਰ ਘਰੋਂ ਗੈਰ ਹਾਜ਼ਰ ਹੋਣਾ ਸੀ। ਉਸ ਗੈਰ ਹਾਜ਼ਰੀ ਦੌਰਾਨ ਅਗਲੇ ਬੂਹੇ ਨੇ ਪਿਛਲੇ ਬੂਹੇ ਦਾ ਭਾਰ ਵੰਡਾ ਲਿਆ। ਉਹ ਔਰਤ ਜੋ ਚੋਰੀ ਛੁਪੇ ਘਰ ਆਉਂਦੀ ਹੁੰਦੀ ਸੀ, ਅਗਲੇ ਬੂਹਿਓਂ ਅੰਦਰ ਆਉਣ ਲੱਗ ਪਈ। ਇੱਕ ਦਿਨ ਸ਼ਾਇਰਾ ਵੇਲੇ ਤੋਂ ਪਹਿਲਾਂ ਘਰ ਆ ਗਈ। ਉਹ ਔਰਤ ਉਸ ਵੇਲੇ ਗੁਰਦਿਆਲ ਸਿੰਘ ਨਾਲ ਸੀ। ਪਿਓ ਤੇ ਧੀ ਵਿਚਕਾਰਲਾ ਓਹਲਾ ਬੇਸ਼ੱਕ ਪਹਿਲੋਂ ਵੀ ਬਹੁਤ ਮਹੀਨ ਸੀ, ਪਰ ਉਸ ਰੋਜ਼ ਲੀਰੂ ਲੀਰੂ ਹੋ ਗਿਆ। ਉਸ ਦਿਨ ਕਾਗਜ਼ ਉੱਤੇ ਸ਼ਾਇਰਾ ਨੇ ਜਿਹੜੇ ਹਰਫ ਉਤਾਰੇ, ਉਹਦੇ ਅਥਰੂਆਂ 'ਚ ਭਿੱਜੇ ਤੇ ਫੈਲ ਗਏ। ਰਿਸ਼ਤਿਆਂ ਦਾ ਹੀਜ ਪਿਆਜ ਉਹਨੇ ਕੁਝ ਵੱਧ ਜਾਣ ਲਿਆ। ਬੂਹੇ ਹੁੰਦੇ ਹੋਏ ਵੀ ਅਕਸਰ ਨਹੀਂ ਹੁੰਦੇ, ਜੇ ਹੁੰਦੇ ਵੀ ਨੇ ਤਾਂ ਘਰਾਂ ਲਈ ਨਹੀਂ ਹੁੰਦੇ। ਸੁੱਚ ਨਾਲ ਮੱਥਾ ਨਹੀਂ ਲਾਉਂਦੇ, ਕੰਧਾਂ ਨਾਲ ਯਾਰੀ ਪਾਲਦੇ ਨੇ ਤੇ ਫਿਰ ਓਹਲਿਆਂ ਲਈ ਖੁੱਲ੍ਹਦੇ ਨੇ ਗਾਹੇ ਬਗਾਹੇ। ਉਹਨੇ ਦਿਨੀ ਸ਼ਾਇਰਾ ਬਹੁਤ ਰੋਈ ਸੀ। ਉਹ ਅਥਰੂ ਨਜ਼ਮਾਂ ਹੋ ਗਏ ਸਨ। ਇੰਨੀਆਂ ਸਾਰੀਆਂ ਨਜ਼ਮਾਂ ਦਾ ਉਹ ਕੀ ਕਰੇ? ਉਹ ਨਜ਼ਮਾਂ ਮਨ ਦੇ ਹਰਫ ਸਨ, ਦੀਵਿਆਂ ਵਾਂਗੂ ਸਨ। ਨਜ਼ਮਾਂ ਦੀ ਲੋਅ ਦਾ ਉਹ ਚਾਨਣ ਹੋਰ ਦਿਲਾਂ ਤੱਕ ਵੀ ਤਾਂ ਪਹੁੰਚੇ। ਇੱਕ ਸਵੇਰ ਸ਼ਾਇਰਾ ਨੇ ਕਾਲਜ ਵੇਲੇ ਦੀ ਚਹੇਤੀ ਪ੍ਰੋਫੈਸਰ ਵਨੀਤਾ ਬਾਲੀ ਨੂੰ ਬੈਂਕ ਦੀ ਇੱਕ ਕਤਾਰ 'ਚ ਖਲੋਤੀ ਹੋਈ ਨੂੰ ਵੇਖਿਆ। ਉਹ ਉੱਠ ਕੇ ਪ੍ਰੋਫੈਸਰ ਬਾਲੀ ਨੂੰ ਆਦਰ ਨਾਲ ਆਪਣੇ ਕੈਬਿਨ 'ਚ ਲੈ ਆਈ। ਹੁਣ ਵੀ ਨਜ਼ਮਾਂ ਲਿਖਦੀ? ਚਾਹ ਦੀਆਂ ਘੁੱਟਾਂ ਭਰਦਿਆਂ ਉਹਨੇ ਸ਼ਾਇਰਾ ਨੂੰ ਪੁੱਛਿਆ ਸੀ। ਉਹ ਦਿਨ ਦਰਅਸਲ ਸ਼ਾਇਰਾ ਦੀਆਂ ਨਜ਼ਮਾਂ ਨੂੰ ਰਾਹ ਦੱਸਣ ਲਈ ਹੀ ਚੜ੍ਹਿਆ ਸੀ। ਸ਼ਾਇਰਾ ਨੇ ਕਿੰਨੀਆਂ ਸਾਰੀਆਂ ਨਜ਼ਮਾਂ ਇੱਕ ਲਿਫਾਫੇ 'ਚ ਬੰਦ ਕਰਕੇ ਪੌਂਡਸਰੀ ਰਸਾਲੇ ਨੂੰ ਭੇਜ ਦਿੱਤੀਆਂ। ਕੁਝ ਦਿਨਾਂ ਪਿੱਛੋਂ ਰਸਾਲੇ ਦੀ ਸੰਪਾਦਕ ਦੀਪਤੀ ਗੁੱਲ ਦਾ ਸਰਫੇ ਦੇ ਕੁਝ ਸ਼ਬਦਾਂ ਵਾਲਾ ਖੱਤ ਸ਼ਾਇਰਾ ਨੂੰ ਮਿਲਿਆ। ਸੋਹਣੀਏ ਕੁੜੀਏ, ਆਪਣੇ ਸੁਪਨਿਆਂ ਨੂੰ ਮਰਨ ਨਾ ਦੇਈ, ਬਸ ਸੁਪਨੇ ਜਿਉਣ ਵੱਲ ਤੁਰ ਪਈ। ਭਲਕ ਭਲਕ ਕਰਦਿਆਂ ਸੁਪਨੇ ਮਰ ਵੀ ਜਾਂਦੇ ਹੁੰਦੇ ਨੇ। ਤੇਰੀਆਂ ਕਿੰਨੀਆਂ ਸਾਰੀਆਂ ਨਜ਼ਮਾਂ 'ਚੋਂ ਕੁਝ ਪੌਂਡਸਰੀ ਦੇ ਅਗਲੇ ਅੰਕ ਵਿੱਚ ਛਾਪ ਰਹੀਆਂ। ਦੀਪਤੀ ਗੁੱਲ ਅਦਬ ਦੀ ਨਾਮਵਰ ਲੇਖਕਾ ਸੀ। ਸ਼ਾਇਰਾ ਨੇ ਉਹਦਾ ਖੱਤ ਪਿਆਰ ਖੱਤ ਦੀ ਲੰਮੀ ਇਬਾਰਤ ਵਾਂਗੂ ਪੜ੍ਹਿਆ। ਪਹਿਲੀ ਵਾਰ ਤੋਂ ਪਿੱਛੋਂ ਸ਼ਾਇਰਾ ਪੌਂਡਸਰੀ ਰਸਾਲੇ ਦੀ ਲੇਖਕਾ ਹੋ ਗਈ। ਨਿਰੰਤਰ ਛਪਦੇ ਰਹਿਣ ਪਿੱਛੋਂ ਸਾਹਿਤਿਕ ਹਲਕਿਆਂ 'ਚ ਉਹਦਾ ਨਾਂ ਜਾਣਿਆ ਪਛਾਣਿਆ ਹੋ ਗਿਆ। ਇੱਕ ਵਾਰ ਪੰਜਾਬੀ ਅਕਾਦਮੀ ਦਿੱਲੀ ਦੇ ਕਵੀ ਦਰਬਾਰ ਵਿੱਚ ਸ਼ਿਰਕਤ ਕਰਨ ਪਿੱਛੋਂ ਸ਼ਾਇਰਾ ਦੀਪਤੀ ਗੁੱਲ ਨੂੰ ਮਿਲਣ ਚਲੀ ਗਈ। ਉਹੋ ਜਿਹੇ ਘਰ ਸ਼ਾਇਰਾ ਨੇ ਪਹਿਲੋਂ ਕਦੇ ਵੇਖੇ ਨਹੀਂ ਸਨ। ਜਿੰਨੇ ਕੁ ਘਰ ਉਹਨੇ ਵੇਖੇ ਸਨ, ਉਹਨਾਂ ਘਰਾਂ 'ਚ ਖਲੋਤੀ ਹੋਈ ਹਵਾ ਪੜਾਸ ਮਾਰਦੀ ਸੀ। ਦੀਪਤੀ ਗੁੱਲ ਦਾ ਉਹ ਘਰ ਵੀ ਅੱਲੋਕਾਰ ਘਰ ਸੀ। ਉੱਥੇ ਦੀਪਤੀ ਗੁੱਲ ਨੂੰ ਪ੍ਰੇਮਿਕਾ ਹੋਣ ਦਾ ਵਰ ਸੀ ਤੇ ਉਹਦੇ ਹਮਸਫ਼ਰ ਨੂੰ ਪ੍ਰੇਮੀ ਹੋਣ ਦਾ। ਉਸ ਘਰ 'ਚ ਫੁੱਲ ਖਿੜਦੇ ਸਨ। ਉਸ ਘਰ 'ਚ ਚਿੜੀਆਂ ਚਹਿਕਦੀਆਂ ਸਨ। ਉਸ ਘਰ 'ਚ ਸਾਹਿਤ ਤੇ ਕਲਾ ਦੀ ਹਵਾ ਸੀ। ਪਿਆਰ ਇਸ਼ਕ ਦੇ ਕਿੱਸੇ ਸਨ। ਉਹ ਮਾਹੌਲ ਤਿਲਿਸਮੀ ਸੀ। ਸ਼ਾਇਰਾ ਦੇ ਅੰਦਰ ਪਿਆਰ ਵੀ ਜਾਗਿਆ ਹੋਇਆ ਸੀ ਤੇ ਕਵਿਤਾ ਵੀ। ਦੁਪਹਿਰ ਸਿਰ ਉੱਤੇ ਚੜ੍ਹ ਆਈ ਸੀ। ਸ਼ਾਇਰਾ ਨੇ ਦੀਪਤੀ ਗੁੱਲ ਨੂੰ ਕਿਹਾ, ਦੀਦੀ, ਮੇਰਾ ਤਾਂ ਇੱਥੋਂ ਜਾਣ ਨੂੰ ਜੀਅ ਨਹੀਂ ਕਰ ਰਿਹਾ। ਦੀਪਤੀ ਗੁੱਲ ਹੱਸ ਪਈ। ਸੋਹਣੀਏ ਕੁੜੀਏ, ਤੂੰ ਕਿਧਰੇ ਵੀ ਨਾ ਜਾ, ਤੂੰ ਇੱਥੇ ਹੀ ਰਹੋ। 3 ਜਣੇ ਹੋਰ ਵੀ ਸਨ ਜੋ ਉਸ ਘਰ ਦੇ ਮੁਹੱਬਤੀ ਸਨ। ਉਹ ਪੰਜਾਬੀ ਸਾਹਿਤ ਸਭਾ ਦੇ ਇੱਕ ਸੈਮੀਨਾਰ 'ਚ ਸ਼ਾਮਲ ਹੋਣ ਲਈ ਦਿੱਲੀ ਆਏ ਹੋਏ ਸਨ। ਉਹਨਾਂ ਲਈ ਲਾਜ਼ਮੀ ਸੀ ਕਿ ਉਹ ਦੀਪਤੀ ਗੁੱਲ ਦੇ ਬੂਹੇ ਉੱਤੇ ਵੀ ਦਸਤਕ ਦੇਣ। ਉਹ ਲਾਜ਼ਮੀ ਦਸਤਕ ਹੋਈ। ਬਾਹਰਲਾ ਬੂਹਾ ਖੋਲ੍ਹਿਆ। ਉਹਨਾਂ ਪੌੜੀਆਂ ਚੜ੍ਹੀਆਂ ਤੇ ਪਹਿਲੀ ਮੰਜ਼ਿਲ 'ਤੇ ਪਹੁੰਚ ਗਏ। ਜਾਣ ਪਛਾਣ ਵੇਲੇ ਸ਼ਾਇਰਾ ਹੈਰਾਨ ਹੋਈ। ਉਹ ਤਿੰਨੇ ਹੀ ਸ਼ਾਇਰਾ ਦੇ ਸ਼ਹਿਰ ਵਾਲੇ ਸਨ। ਚੇਤਨ ਤੇ ਮਨਮੀਤ ਦੀਆਂ ਕਹਾਣੀਆਂ ਉਹਨੇ ਪੜ੍ਹੀਆਂ ਹੋਈਆਂ ਸਨ। ਤਸੱਵੁਰ ਦੀ ਕਵਿਤਾ ਤੋਂ ਵੀ ਉਹ ਵਾਕਫ ਸੀ, ਪਰ ਤਸੱਵੁਰ ਦੇ ਚਿੱਤਰਕਾਰ ਹੋਣ ਬਾਰੇ ਉਹ ਪਹਿਲੋਂ ਨਹੀਂ ਸੀ ਜਾਣਦੀ। ਵਾਪਸੀ ਦੇ ਸਫ਼ਰ ਵੇਲੇ ਸ਼ਾਇਰਾ ਉਸ ਕਾਰ ਦੀ ਚੌਥੀ ਸਵਾਰੀ ਹੋ ਗਈ। ਧੁਆਂਖੀਆਂ ਹੋਈਆਂ ਸੜਕਾਂ ਦਾ ਸਫ਼ਰ ਅੱਤ ਦਾ ਸੋਹਣਾ ਹੋ ਗਿਆ। ਪਠਾਨਕੋਟ ਪਹੁੰਚਦਿਆਂ ਕੁਝ ਅਵੇਰ ਹੋ ਗਈ ਸੀ। ਜਿਹੜੀ ਡਾਇਰੀ ਸ਼ਾਇਰਾ ਕਦੀ ਕਦਾਈ ਲਿਖਦੀ ਸੀ, ਉਹਦਾ ਇੱਕ ਕੋਰਾ ਪੰਨਾ ਉਸ ਰਾਤ ਉਹਨੇ 3 ਬੇਲੀਆਂ ਦੇ ਇੰਦਰਾਜ਼ ਨੂੰ ਸੌਂਪ ਦਿੱਤਾ। ਬੰਦੇ ਦੇ ਅੰਦਰ ਕਿੰਨੀ ਕੁ ਥਾਂ ਹੁੰਦੀ ਹੈ ਮੈਂ ਨਹੀਂ ਜਾਣਦੀ, ਪਰ ਉਹ 3 ਜਣੇ ਤਸੱਵੁਰ, ਚੇਤਨ ਤੇ ਮਨਮੀਤ ਚੁੱਪ-ਚੁਪੀਤੇ ਮੇਰੇ ਅੰਦਰ ਆ ਕੇ ਬੈਠ ਗਏ ਨੇ। ਉਹਨਾਂ ਮੈਥੋਂ ਪੁੱਛਿਆ ਵੀ ਨਹੀਂ, ਬਸ ਥਾਂ ਮੰਨ ਲਈ ਹੈ।
ਸੱਚੀ ਗੱਲ ਕਹਾਂ, ਉਹਨਾਂ ਦੇ ਹੱਥਾਂ 'ਚ ਗੁਲਾਬ ਦੇ ਫੁੱਲ ਵੀ ਸਨ। ਮੈਂ ਖੁਸ਼ਬੂ ਤੋਂ ਵਿਰਵੀ ਸਾਂ, ਮੈਨੂੰ ਉਹ ਫੁੱਲ ਚਾਹੀਦੇ ਸਨ। ਅੰਗ ਦੂਸਰਾ। ਸੂਹੇ ਰੰਗ ਦੀ ਕਾਰ ਡਲਹੌਜ਼ੀ ਵਾਲੇ ਰਾਹ ਪੈ ਗਈ। ਪਹਾੜਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸੜਕ ਵਲਵਲੇਵਿਆਂ ਵਾਲੀ ਹੋ ਗਈ। ਸੁਹਾਵਾ ਪਿੰਡ ਟੱਪ ਕੇ ਕਾਰ ਰੁਕ ਗਈ। ਸੜਕ ਦੇ ਖੱਬੇ ਪਾਸੇ ਲੋਹੇ ਦਾ ਬੰਦ ਫਾਟਕ ਸੀ। ਉਹ ਫਾਟਕ 2 ਬੁਰਜੀਆਂ ਆਸਰੇ ਖੜਾ ਸੀ। ਖੱਬੀ ਬੁਰਜੀ ਉੱਤੇ ਮੋਟੇ ਅੱਖਰਾਂ 'ਚ ਮੁਹੱਬਤ ਖੁਣਿਆ ਹੋਇਆ ਸੀ। ਫਾਟਕ ਦੇ ਦੋਹਾਂ ਪੱਲਿਆਂ ਨਾਲ ਘੰਟੀਆਂ ਲਟਕ ਰਹੀਆਂ ਸਨ। ਕਾਰ 'ਚੋਂ 3 ਜਣੇ ਉਤਰੇ। ਸ਼ਾਇਰਾਂ ਨੇ ਚੌਗਿਰਦੇ ਉੱਤੇ ਨਜ਼ਰ ਮਾਰੀ। ਮਨਮੀਤ ਤੇ ਚੇਤਨ ਨੇ ਗਾਂਹ ਹੋ ਕੇ ਦੋਵੇਂ ਪੱਲੇ ਧੱਕੇ ਤੇ ਫਾਟਕ ਖੋਲ੍ਹ ਦਿੱਤਾ। ਘੰਟੀਆਂ ਦਾ ਸੰਗੀਤ ਹਵਾ 'ਚ ਘੁਲ ਗਿਆ। ਉਹਨਾਂ ਕਾਰ ਗੇਟ ਦੇ ਨਾਲ ਲੱਗਦੇ ਸ਼ੈੱਡ ਅੰਦਰ ਖੜੀ ਕਰ ਦਿੱਤੀ ਤੇ ਵਲਵਲੇਵੇਂ ਖਾਂਦੀ ਪਗਡੰਡੀ ਰਾਹ ਪਹਾੜ ਚੜ੍ਹਨ ਲੱਗ ਪਏ। ਉਹ ਘਰ ਰੁੱਖਾਂ 'ਚ ਘਿਰਿਆ ਹੋਇਆ ਸੀ। ਸ਼ਾਇਰਾਂ ਨੇ ਮੁਹੱਬਤ ਦੀ ਉਸ ਜੂਹ 'ਚ ਪਹਿਲੀ ਵਾਰ ਪੈਰ ਧਰਿਆ ਸੀ। ਪਹਾੜ ਦੇ ਸਿਖਰ ਉੱਤੇ ਪਹੁੰਚ ਕੇ ਉਹ ਕੀਲੀ ਹੋਈ ਥਾਂ ਖਲੋ ਗਈ। ਉੱਥੇ ਫੁੱਲ ਸਨ, ਖੁਸ਼ਬੂ ਸੀ, ਮੀਂਹ ਕਣੀ ਤੋਂ ਬਚਾਉਣ ਵਾਲੀ ਛੱਤ ਵੀ। ਕੀ ਸੋਚੀ ਜਾ ਰਹੀ ਹੈ? ਸ਼ਾਇਰਾਂ ਨੇ ਸ਼ਾਇਰਾ ਨੂੰ ਪੁੱਛਿਆ ਸੀ। ਇਹੋ ਜਿਹਾ ਇੱਕ ਘਰ ਦੀਪਤੀ ਦੀਦੀ ਦਾ ਵੀ ਸੀ। ਉਹ ਘਰ ਵੀ ਮੁਹੱਬਤ ਦਾ ਨਕਸ਼ਾ ਨਵੀਸੀ ਦੇ ਕਮਾਲ ਵਾਂਗੂ ਦੀਂਦਾ ਸੀ। ਜੇ ਭਲਾ ਇਹੋ ਜਿਹਾ ਘਰ ਮੈਂ ਆਪਣੇ ਲਈ ਬਣਾ ਲਵਾਂ ਤਾਂ? ਝੱਲੀ ਨਾ ਹੋਵੇ ਤਾਂ ਉਸ ਕਿਹਾ ਤੇ ਆਪਣੇ ਸਵਾਲ ਦੇ ਜਵਾਬ 'ਤੇ ਹੱਸ ਪਈ। ਤਸੱਵਰ। ਉਹਦਾ ਇਹ ਨਾਂ ਕੁਝ ਅਲੋਕਾਰ ਜਿਹਾ ਸੀ। ਪਹਿਲੋਂ ਉਹਦਾ ਨਾਂ ਕੁਝ ਹੋਰ ਹੁੰਦਾ ਸੀ। ਉਹ ਹੋਰ ਨਾਂ ਮਾਂ ਨੇ ਰੱਖਿਆ ਸੀ। ਮਾਂ ਉੱਤੇ ਉਹਦੀ ਪੁਰਾਣੀ ਮੁਹੱਬਤ ਕਿਹੜੇ ਵੇਲੇ ਭਾਰੂ ਹੋ ਗਈ, ਤਸੱਵਰ ਨਹੀਂ ਸੀ ਜਾਣਦਾ। ਜਿਨ੍ਹਾਂ ਵਰ੍ਹਿਆਂ 'ਚ ਮਾਂ ਨੇ ਆਪਣੇ ਬਾਲ ਜਨਮੇ ਸਨ, ਅਚਾਨਕ ਇੱਕ ਰੋਜ਼ ਉਹ ਸਾਰੇ ਵਰ੍ਹੇ ਉਮਰ 'ਚੋਂ ਮਨਫੀ ਕਰ ਦਿੱਤੇ ਤੇ ਪ੍ਰੇਮੀ ਨਾਲ ਤੁਰ ਗਈ। ਮਨਫੀ ਹੋਣ ਵਾਲੇ ਵਰ੍ਹਿਆਂ 'ਚ ਤਸੱਵਰ ਵੀ ਬੈਠਾ ਹੋਇਆ ਸੀ। ਉਹਨਾਂ ਵਰ੍ਹਿਆਂ ਨਾਲ ਰੁੱਸ ਗਿਆ ਸੀ ਜਿਵੇਂ ਰੱਬ ਨਾਲ ਰੁੱਸ ਜਾਈਦਾ। ਉਹਨੂੰ ਆਪਣੇ ਨਾਂ ਵਿੱਚੋਂ ਬੋ ਆਉਣ ਲੱਗ ਪਈ ਸੀ। ਉਦੋਂ ਹੀ ਉਹਦਾ ਨਾਂ ਤਸੱਵਰ ਹੋ ਗਿਆ ਸੀ। ਆਰਟ ਕਾਲਜ ਦੀ ਗ੍ਰੈਜੂਏਸ਼ਨ ਤੋਂ ਪਿੱਛੋਂ ਵਾਪਸ ਪਿੰਡ ਜਾ ਕੇ ਨਹੀਂ ਸੀ ਵਸਿਆ। ਉਹ ਪੰਜਾਬ ਸਰਕਾਰ ਦੇ ਪਰਿਵਾਰ ਨਿਯੋਜਨ ਵਿਭਾਗ 'ਚ ਚਿੱਤਰਕਾਰ ਵਜੋਂ ਨੌਕਰੀ ਕਰਨ ਲੱਗ ਪਿਆ ਸੀ। ਤਸੱਵਰ ਦੇ ਬੌਸ ਦੀ ਧੀ ਰਾਜੀ ਉਹਦੇ ਕੋਲੋਂ ਮੂਰਤਾਂ ਵਾਹੁਣੀਆਂ ਸਿੱਖਣ ਲੱਗ ਪਈ ਤਾਂ ਨੌਕਰੀ ਵਾਲਾ ਸ਼ਹਿਰ ਸੋਹਣਾ ਹੋ ਗਿਆ। ਦੋਵੇਂ ਰਲ ਕੇ ਰੰਗਾਂ ਨਾਲ ਸੁਪਨੇ ਵੀ ਵਾਹੁਣ ਲੱਗ ਪਏ। ਫਿਰ ਉਹਨੇ ਸੋਚਿਆ ਜੇ ਭਲਾ ਸੁਪਨੇ ਕਾਗਜ਼ ਜਾਂ ਕੈਨਵਸ ਉੱਤੇ ਉਲੀਕਣ ਦੀ ਥਾਂ ਜ਼ਮੀਨ ਉੱਤੇ ਉਤਾਰ ਦਈਏ। ਦੋਹਾਂ ਵਿਚਕਾਰ ਇੱਕ ਕੰਧ ਵੀ ਸੀ। ਉਹ ਕੰਧ ਕੱਚੀਆਂ ਪਿੱਲੀਆਂ ਇੱਟਾਂ ਦੀ ਬਣੀ ਹੋਈ ਸੀ। ਦੋਵੇਂ ਰਲ ਕੇ ਇੱਟਾਂ ਉਖੇੜਨ ਲੱਗ ਪਏ। ਘਰ ਤਾਂ ਬਾਅਦ 'ਚ ਬਣਨਾ ਸੀ। ਰਾਜੀ ਦੇ ਪਾਪਾ ਦਾ ਜਿਵੇਂ ਰੁਤਬਾ ਹੀ ਪੁੱਛਿਆ ਗਿਆ ਹੋਵੇ, ਫਿਰ ਉਹੀ ਜੋ ਹੋਣਾ ਸੀ। ਤਸੱਵਰ ਦੇ ਸਿਰ 'ਤੇ ਅਲਵਿਦਾ ਦੀ ਰਾਤ ਉੱਤਰ ਆਈ। ਵਿਛੋੜੇ ਦੀ ਧੁੰਦ ਵਿੱਚ ਗੁਆਚਣ ਵੇਲੇ ਰਾਜੀ ਨੇ ਹੌਲੀ ਜਿਹੀ ਕਿਹਾ, ਮੇਰੇ ਯਾਰ ਐਵੇਂ ਉਦਾਸ ਨਾ ਹੋਈ, ਤੈਥੋਂ ਦੂਰ ਜਾ ਕੇ ਵੀ ਮੈਂ ਕਿਤੇ ਨਹੀਂ ਜਾਣਾ। ਰਾਜੀ ਦੀ ਡੋਲੀ ਤਾਂ ਭਾਵੇਂ ਦੂਰ ਤੁਰ ਗਈ ਸੀ, ਪਰ ਪ੍ਰੇਮਿਕਾ ਰਾਜੀ ਤਸੱਵਰ ਦੇ ਅੰਦਰ ਹੀ ਘਰ ਬਣਾ ਕੇ ਬੈਠੀ ਰਹੀ ਸੀ। ਤਸੱਵਰ ਦੇ ਡੱਡੋ ਲਿਖੇ ਹੋਏ ਸੁਪਨੇ ਕਦੇ ਕੈਨਵਸ ਉੱਤੇ ਉਤਰ ਆਉਂਦੇ ਸਨ, ਕਦੇ ਨਜ਼ਮਾਂ ਹੋ ਜਾਂਦੇ ਸਨ। ਉਸ ਸ਼ਹਿਰ ਵਿੱਚ ਰਾਜੀ ਦੀਆਂ ਯਾਦਾਂ ਸਨ। ਉਹ ਥਾਂ ਖਲੋਤੀਆਂ ਬੈਠੀਆਂ ਤਸੱਵਰ ਨੂੰ ਮਿਲ ਪੈਂਦੀਆਂ ਸਨ। ਉਹ ਕਿਹੜੇ ਗਲੀ ਮੁਹੱਲੇ ਕੋਲੋਂ ਨਜ਼ਰਾਂ ਚੁਰਾ ਕੇ ਲੰਘੇ। ਉਹ ਸ਼ਹਿਰ ਬਟਾਲਾ ਤਸੱਵਰ ਨੂੰ ਹਾਰੇ ਹੋਏ ਹੋਣ ਦਾ ਅਹਿਸਾਸ ਦੇਣ ਲੱਗ ਪਿਆ ਸੀ। ਤਸੱਵਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਬਟਾਲੇ ਤੋਂ ਨੱਸ ਕੇ ਉਹ ਕਿੱਥੇ ਜਾਵੇ ਹੁਣ? ਤਸੱਵਰ ਨੂੰ ਜਾਪਿਆ ਪਨਾਹਗੀਰ ਹੋ ਗਿਆ ਸੀ। ਕਾਲਜ ਵੇਲੇ ਦਾ ਇੱਕ ਜਮਾਤੀ ਉਹਦੀ ਪਨਾਹ ਲਈ ਬੌੜ ਪਿਆ। ਪਠਾਨਕੋਟ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਜੰਗਲ ਤੇ ਪਹਾੜਾਂ ਦਾ ਰਮਣੀਕ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ। ਉਹ ਜਮਾਤੀ ਦੇ ਸੁਹਾਵੇ ਪਿੰਡ ਦੀ ਜੂਹ ਸੀ। ਉਸ ਇਲਾਕੇ ਦਾ ਖਾਸਾ ਤਸੱਵਰ ਦੀ ਕਲਾ ਸੁਭਾਅ ਤੇ ਪਨਾਹ ਲਈ ਬੜਾ ਮੁਨਾਸਿਬ ਸੀ। ਤਸੱਵਰ ਨੇ ਪਿੰਡ ਵਾਲੀ ਆਪਣੀ ਕੁਝ ਜ਼ਮੀਨ ਵੇਚ ਦਿੱਤੀ। ਉਸ ਰਾਸ਼ੀ ਨਾਲ ਉਹਨੇ ਸੁਹਾਵੇ ਦੀ ਜ਼ਮੀਨ ਦਾ ਇੱਕ ਟੁਕੜਾ ਖਰੀਦ ਲਿਆ। ਮਕਾਨ ਦੀ ਉਸਾਰੀ ਵੇਲੇ ਆਪਣੇ ਘਰ ਦਾ ਨਕਸ਼ਾ ਨਵੀਸ ਵੀ ਬਣ ਗਿਆ। ਆਪਣੀ ਮਾਲਕੀ ਦੀ ਬਾਕੀ ਰਹਿ ਗਈ ਜ਼ਮੀਨ ਦਾ ਹਿੱਸਾ ਠੇਕਾ ਤਸੱਵਰ ਦੇ ਗੁਜ਼ਾਰੇ ਲਈ ਬਹੁਤ ਸੀ। ਘਰ ਉਸਰਿਆ ਤਾਂ ਮੁਹੱਬਤੀਆਂ ਨੇ ਉਸ ਘਰ ਦੀ ਪੈੜ ਨੱਪ ਲਈ। ਕਾਲਜ ਦੇ ਪੁਰਾਣੇ ਸਾਥੀਆਂ ਵਿੱਚੋਂ ਵੀ ਡਲਹੌਜ਼ੀ ਜਾਂਦਾ ਹੋਇਆ ਕੋਈ ਨਾ ਕੋਈ ਕਦੀ ਕਦਾਈ ਉੱਥੇ ਰੁਕ ਜਾਂਦਾ ਸੀ। ਤਸੱਵਰ ਲੋਹੇ ਦੇ ਗੇਟ ਨਾਲ ਲਟਕ ਰਹੀਆਂ ਘੰਟੀਆਂ ਦੀ ਆਵਾਜ਼ ਸੁਣਦਾ, ਝੱਟ ਜਾਣ ਜਾਂਦਾ। ਜਸ਼ਨ ਦੀ ਰਾਤ ਬੂਹੇ ਅੱਗੇ ਆ ਟੁਕੀ ਸੀ, ਪਰ ਉਸ ਦਿਨ ਘੰਟੀਆਂ ਸਵੇਰ ਵੇਲੇ ਖੜਕੀਆਂ ਸਨ। ਤਸੱਵਰ ਨੇ ਰੰਗਾਂ ਨਾਲ ਲਿਬੜੇ ਹੋਏ ਬੁਰਸ਼ ਪੂੰਝੇ ਤੇ ਤਾਰਪੀਨ ਤੇਲ ਦੇ ਅੱਧ ਭਰੇ ਮੱਗ ਵਿੱਚ ਡੋਬ ਦਿੱਤੇ।
ਉਹਨੇ ਕੱਪੜੇ ਨਾਲ ਹੱਥ ਪੂੰਝੇ, ਅਧੂਰੀ ਪੇਂਟਿੰਗ ਨੂੰ ਇੱਕ ਨਜ਼ਰ ਵੇਖਿਆ ਤੇ ਸਟੂਡੀਓ ਤੋਂ ਬਾਹਰ ਆ ਕੇ ਖਲੋ ਗਿਆ। ਫਿਰ ਉਹ 4 ਜਣੇ ਦੋਸਤੀ ਦੇ ਕੋਲ ਫੁੱਲ ਹੋ ਗਏ। ਚੇਤਨ ਪਠਾਨਕੋਟ ਦੇ ਸਰਕਾਰੀ ਕਾਲਜ 'ਚ ਲੈਕਚਰਾਰ ਸੀ। ਚੌਹਾਂ ਦੀ ਬੈਠਕ ਗਾਹੇ ਬਗਾਏ ਉਸ ਕਾਲਜ 'ਚ ਸੱਜ ਜਾਂਦੀ। ਛੁੱਟੀ ਦਾ ਹਰ ਦਿਨ ਉਸ ਕਾਲਜ ਦੇ ਮਾਹੌਲ ਦਾ ਸਕੂਨ ਭਰਿਆ ਦਿਨ ਸੀ। ਵਿੱਚ ਵਿਚਾਲੇ ਕੋਈ ਕਵਿਤਾ ਪਾਠ ਸ਼ੁਰੂ ਕਰ ਲੈਂਦਾ ਤੇ ਕਦੀ ਕੋਈ ਕਹਾਣੀ ਮਹਿਫਿਲ 'ਚ ਖੰਭ ਖਿਲਾਰ ਲੈਂਦੀ। ਸਾਹਿਤ ਦੀ ਸਮਝ ਲਈ ਉਹਨਾਂ ਦਾ ਬਹਿਸ ਮੁਬਾਸਾ ਸ਼ੁਰੂ ਹੋ ਜਾਂਦਾ। ਅਚਨਚੇਤੀ ਚਾਹ ਦੀ ਤਲਬ ਜਾਗ ਪੈਂਦੀ। ਚਾਹ ਦੀਆਂ ਘੁੱਟਾਂ ਭਰਦਿਆਂ ਉਹ ਆਪਸ ਵਿੱਚ ਮਖੌਲ ਕਰਦੇ, ਹੱਸਦੇ, ਫਿਰ ਅਗਲੇ ਮੇਲ ਲਈ ਸੁਪਨੇ ਖਿਲਾਰ ਕੇ ਉੱਥੋਂ ਤੁਰ ਪੈਂਦੇ। ਸ਼ਾਇਰਾਂ ਦੇ ਮਿਲਣ ਤੋਂ ਪਹਿਲਾਂ ਉਹਨਾਂ ਦੀਆਂ ਮੁਲਾਕਾਤਾਂ ਤਸੱਵੁਰ ਦੇ ਘਰ ਹੁੰਦੀਆਂ ਸੀ। ਦੋਸਤੀ ਦਾ ਰਿਸ਼ਤਾ ਗੂੜ੍ਹੇ ਹੋਣ ਤੋਂ ਪਿੱਛੋਂ ਸ਼ਾਇਰਾਂ ਨੇ ਪਹਿਲੀ ਵਾਰ ਉੱਥੇ ਪੈਰ ਪਾਇਆ ਸੀ। ਤਸੱਵੁਰ ਦੇ ਘਰ ਅੰਦਰ ਜਾਣ ਵਾਲਾ ਰਾਹ ਫੁੱਲਾਂ ਦੇ ਵਿੱਚੋਂ ਦੀ ਸੀ। ਸੀਮੈਂਟ ਦੇ ਉਸ ਲਾਂਘੇ ਉੱਤੇ ਤੁਰਦੇ ਹੋਏ ਪੈਰਾਂ ਦੇ ਡੂੰਘੇ ਨਿਸ਼ਾਨ ਸਨ। ਜਦੋਂ ਫਰਸ਼ ਬਣਿਆ ਸੀ, ਤਸੱਵੁਰ ਗਿੱਲੇ ਸੀਮੈਂਟ ਦੇ ਉੱਤੋਂ ਦੀ ਨੰਗੇ ਪੈਰੀ ਲੰਘਿਆ ਸੀ। ਸ਼ਾਇਰਾਂ ਨੂੰ ਪੈੜਾਂ ਕੁਝ ਬੋਲ ਰਹੀਆਂ ਪ੍ਰਤੀਤ ਹੋਈਆਂ। ਜਵਾਬ ਲਈ ਉਹਨੇ ਤਸੱਵੁਰ ਵੱਲ ਵੇਖਿਆ। ਤਸੱਵੁਰ ਹੱਸ ਪਿਆ। ਮਨਮੀਤ ਨੇ ਉਸ ਹਾਸੇ ਦੀ ਤਸ਼ਰੀਹ ਕਰ ਦਿੱਤੀ। ਤਸੱਵੁਰ ਉਡੀਕ ਰਿਹਾ ਹੈ ਕਿ ਕੋਈ ਆਵੇ ਜਿਹਦਾ ਪੈਰ ਇਸ ਪੈਰ ਦੇ ਮੇਚਦਾ ਹੋਵੇ। ਤਾਂ ਕੀ ਹੋਊ? ਇਸ ਵਾਰ ਜਵਾਬ ਤਸੱਵੁਰ ਨੇ ਦਿੱਤਾ। ਉਸ ਅੰਬ ਦੇ ਰੁੱਖ ਨਾਲ ਲਟਕ ਰਹੇ ਦੀਵੇ ਵੇਖ ਰਹੀ ਹੈ ਨਾ ਤੂੰ? ਉਹ ਦੀਵੇ ਆਪੇ ਬਲ ਪੈਣਗੇ। ਸ਼ਾਇਰਾਂ ਨੇ ਵੇਖਿਆ ਉਹ ਇੱਕ ਆਮ ਜਿਹਾ ਰੁੱਖ ਸੀ। ਉਸ ਰੁੱਖ ਦੇ ਟਾਹਣਿਆਂ ਨਾਲ ਤਾਰਾਂ ਬੱਝੀਆਂ ਸਨ। ਤਾਰਾਂ ਦੇ ਸਿਰਿਆਂ ਨਾਲ ਦੀਵੇ ਬੱਝੇ ਹੋਏ ਲਟਕ ਰਹੇ ਸਨ। ਉਹ ਹੈਰਾਨ ਹੋਈ, ਇਹਨਾਂ ਦੀਵਿਆਂ 'ਚ ਤੇਲ ਵੀ ਸੀ ਤੇ ਵੱਟੀ ਵੀ। ਉਸ ਰੁੱਖ ਹੇਠ ਤਸੱਵੁਰ ਦੀ ਉਡੀਕ ਖਲੋਤੀ ਹੋਈ ਸੀ। ਚੇਤਨ ਤੇ ਮਨਮੀਤ ਰਸੋਈ 'ਚ ਜਾ ਕੇ ਚਾਹ ਬਣਾਉਣ ਲੱਗ ਪਏ। ਸ਼ਾਇਰਾ ਤਸੱਵੁਰ ਦੇ ਨਾਲ ਉਹਦੇ ਸਟੂਡੀਓ 'ਚ ਚਲੀ ਗਈ। ਪੇਂਟਿੰਗਸ ਨੂੰ ਗੌਰ ਨਾਲ ਵੇਖਦੀ ਹੋਈ ਉਹ ਅਧੂਰੀ ਪੇਂਟਿੰਗ ਵਾਲੇ ਈਜ਼ਲ ਸਾਹਮਣੇ ਜਾ ਕੇ ਖਲੋ ਗਈ। ਉਸ ਅਧੂਰੇ ਚਿੱਤਰ ਦੇ ਚਿਹਰੇ ਉੱਤੇ ਧੁੰਦ ਸੀ। ਉਹ ਚਿਹਰਾ ਗੁਆਚੇ ਹੋਏ ਨਕਸ਼ਾਂ ਦੀ ਤਲਾਸ਼ ਵਿੱਚ ਸੀ, ਜਾਂ ਸ਼ਾਇਦ ਤਸੱਵੁਰ ਨੂੰ ਹੀ ਆਪਣੇ ਮਨ ਦੀ ਇੱਛਾ ਵਰਗੇ ਉਹ ਨਕਸ਼ ਨਹੀਂ ਸਨ ਲੱਭ ਰਹੇ। ਧੰਨਵਾਦ। ਚੱਲਦਾ।